ਜਾਗਦਿਆਂ ਦੀਆਂ ਕਟੀਆਂ ਤੇ ਸੁੱਤਿਆਂ ਦੇ ਕਟੇ ਖਸਮਾਂ ਬਾਦ ਸੌਣ ਤਰਿਆਈਆਂ। 12 ਸਾਲ ਦਾ ਹਾਂ ਜਦੋਂ ਮੈਂ ਇਹਨਾਂ ਮੱਝਾਂ 'ਚ ਵੜਿਆ। ਮਾਸ਼ਾਅੱਲਾ 12 ਸਾਲਾਂ ਤੋਂ ਜਾਣਦੇ। ਟਾਈਮ ਦਾ ਪਾਣੀ, ਟਾਈਮ ਦਾ ਵੰਡ, ਟਾਈਮ ਦਾ ਵੇਖ ਝਾਲ ਉਹਨਾਂ ਦੀ। ਗੋਇਆ ਮੈਂ ਦੇ ਪਿੱਛੇ ਨਹੀਂ ਰਹਿਣਾ ਚਾਹੀਦਾ। ਪਹਿਲੇ ਨੰਬਰ ਤੇ ਜੀ ਪੱਠੇ ਵੰਡ ਚੰਗਾ ਪਾਉਣਾ ਚਾਹੀਦਾ ਜਿਸਾਂ ਦਾ ਖਾਂਦੀ ਹੋਵੇ ਜੀ, ਯਾਨੀ ਕਿ ਪੂਰਾ ਪ੍ਰੋਟੋਕੋਲ ਦੋ। 2-2.5 ਲੱਖ ਰੁਪਏ ਦੀ ਮੈਂ ਲਈ ਨਹੀਂ ਜਾਂਦੀ ਜੀ, ਤੇ ਜਿਹਨੂੰ ਇਹਦੀ ਪੀੜ ਹੈ ਵੇ 2-2.5 ਲੱਖ ਰੁਪਏ ਦੀ ਮੈਂ ਐਵੇਂ ਉਹਨੇ ਸਾਂਭਣੀ ਚੰਗੀ ਹੈ। ਮੈਂ ਹੀ ਆਪਣਾ ਹੱਕ ਨਹੀਂ ਰੱਖਦੀ ਭਾਵੇਂ ਜਿੱਡੀ ਮਰਜ਼ੀ ਕੁੱਤੀ ਮੈਂ ਬਿਲਕੁਲ। ਜਿਹੜੀ ਮੈਂ ਖਾਨਦਾਨੀ ਹੈ ਦੁੱਧ 9 ਸਿਰ 10 ਟਾਈਮ ਦਾ ਦੇਗੀ। ਵੈਰੀ ਗੁੱਡ। ਨੌਕਰ ਵੀ ਇੱਕ ਸਾਡੇ ਲਈ ਅੱਲਾ ਦੀ ਰਹਿਮਤ ਹੈ ਜੀ, ਪਰ ਉਹਦੇ ਨਾਲ ਆਪ ਹੀ ਟੁਰਨਾ ਪੈਂਦਾ। ਇਹ ਨਹੀਂ ਵੀ ਕੱਲਾ ਹੀ ਉਹਨੂੰ ਮਾਰਦੇ ਰਹੀਏ ਸਾਰੀ ਦਿਨ। ਯਾਨੀ ਕਿ ਮਤਵਾਜ਼ਨ ਗਿਜ਼ਾ ਇਹਨਾਂ ਨੂੰ ਦੇਣੀ ਚਾਹੀਦੀ 24 ਘੰਟੇ ਮੈਂ ਦੀ ਖੁਰਲੀ ਭੜੀ ਦੇ ਕੋਈ ਇਤਰਾਜ਼ ਨਹੀਂ। ਬਿਲਕੁਲ ਠੀਕ ਹੈ, ਜ਼ਬਰਦਸਤ। 2 ਲੱਖ ਵੀ ਦਿਹਾੜੀ ਦਾ ਖਾਣ ਤੇ ਫਿਰ ਵੀ ਘਾਟਾ ਨਹੀਂ ਪਾਉਂਦੀਆਂ। ਅੱਛਾ, ਆ ਮਈਆਂ ਜਿੰਨੀਆਂ ਮਰਦੀ ਹੋਣ 2 ਲੱਖ ਗੱਡੀ ਪੂਰੀ ਵੰਡੇ ਦੀ ਆ ਜੇ ਪਈਆਂ ਉਹਨਾਂ ਕੰਮ ਕਰਦੀਆਂ ਹੁਣ ਜੇ ਘਾਟਾ ਪਾਣ ਤੇ ਅਸੀਂ ਮਈਆਂ ਰੱਖਣੀਆਂ ਛੱਡ ਦਿਆਂਗੇ। ਬਾਅਦ ਲੋਕ ਕਹਿੰਦੇ ਨੇ ਬਚਦਾ ਕੱਖ ਨਹੀਂ। ਬਚਦਾ ਉਹ ਭੈਣ ਚੋਦੋਂ ਨੂੰ ਪਾਉਂਦੇ ਕੱਖ ਨਹੀਂ, ਬਚਣਾ ਕਿੱਥੋਂ ਵੇ। ਉਹਨਾਂ ਚੋਣਾ ਉਧਰੋਂ ਪਾਣੀ ਪਾਣਾ ਦੁੱਧ 'ਚ, ਉਹ ਪਾਣੀ ਹੋ ਜਾਣੀਆਂ ਨੇ ਸਾਰੀਆਂ ਬੇਬਰਕਤੀ। ਬਿਲਕੁਲ। ਜਿਹੜਾ ਬੰਦਾ ਇਹਨਾਂ ਦੇ ਕਾਰੋਬਾਰ 'ਚ ਕਰੇਗਾ, ਇਹਨਾਂ ਦੇ ਪੱਠਿਆਂ 'ਚ ਕਰੇਗਾ, ਉਹ ਅੱਜ ਵੀ ਹੈ ਨਹੀਂ ਤੇ ਕੱਲ ਵੀ ਹੈ ਬਰਬਾਦ ਹੋ ਜਾਏਗਾ, ਬਿਲਕੁਲ ਖਤਮ ਹੋ ਜਾਏਗਾ। ਰਿਕਾਰਡ ਨਾਲ ਗੱਲ ਕਰ ਰਹੇ ਆ, ਕੋਈ ਬੇਰਕਾਟੀ ਨਹੀਂ ਕਰ ਰਿਹਾ। ਵੈਰੀ ਗੁੱਡ। ਜਦੋਂ ਆਪ ਨਹੀਂ ਵੇਖਣਾ ਪੈਸੇ ਲਾਇਆ ਤੇ ਉਹ ਕਿਸੇ ਨੇ ਕੀ ਵੇਖਣਾ। ਇੰਨੀਆਂ ਕਿ ਮੱਝਾਂ ਮੈਂ ਨਸਲੀ ਰੱਖ ਲਾਂ ਤੇ ਮੇਰਾ ਘਰ-ਬਾਰ ਵੀ ਚੱਲੇ ਤੇ ਮੈਂ ਮਤਲਬ ਆਰਾਮ ਦੀ ਜ਼ਿੰਦਗੀ ਗੁਜ਼ਾਰਾਂ। 10 ਮਈਆਂ ਹੋਣ ਤੇ ਬੇਬਾਰ ਬੰਨ ਛੱਡਦੀਆਂ ਨੇ ਬੰਦੇ ਨੂੰ। ਬੰਨ ਛੱਡਦੀਆਂ ਨੇ, ਜੋ ਮਰਜ਼ੀ ਖਾ ਤੇ ਜੋ ਮਰਜ਼ੀ ਉਹਨਾਂ ਨੂੰ ਪਾ। ਵੰਡਿਆ ਵੀ ਸਾੜੀ ਦਿਨ ਉਹਨਾਂ ਨੂੰ ਕਹਿਣਾ ਖਾਣਾ ਤੇ ਉਹ ਤਾਂ ਵੀ ਬੰਨ ਛੱਡਣ ਦੀ। ਪੱਠਿਆਂ ਦੀ ਵੀ ਲੋੜ ਨਹੀਂ। ਵੈਰੀ ਗੁੱਡ। ਮਈਆਂ ਹੋਣ ਵੈਰੀ ਗੁੱਡ। ਕਿੰਨੇ ਕੁ ਦਿਨ ਖਾਣਾ ਨੇ। ਬਿਲਕੁਲ। अस्सलाम वालेकुम। वालेकुम सलाम जी। सर की हाल है ਤੁਹਾਡਾ? शुक्र है अल्लाह दी रहमत है जी। सर आपका की नाम है? मुबारक अली जी। मुबारक साहब ਕਿਹੜੇ ਇਲਾਕੇ ਨਾਲ ਤਾਲੁਕ ਜੇ? ਸਿਆਲਕੋਟ ਨਾਲ ਜੀ। ਅੱਛਾ, ਮੱਝਾਂ ਦਾ ਬੜਾ ਦਰਦ ਮਹਿਸੂਸ ਕੀਤਾ ਤੁਹਾਡੇ ਨਾਲ ਮਿਲਿਆ ਤੇ ਤੁਸੀਂ ਬੜੀ ਦਰਦਮੰਦਾਨਾ ਅਪੀਲ ਕੀਤੀ ਹੈ ਕਿ ਲੋਕ ਮੱਝਾਂ ਦੇ ਹਕੂਕ ਪੂਰੇ ਨਹੀਂ ਕਰਦੇ। ਕੀ ਸਮਝਦੇ ਹੋ ਕਿ ਜਾਨਵਰਾਂ ਦੇ ਸਾਡੇ ਦੇ ਕੀ ਹਕੂਕ ਨੇ? ਟਾਈਮ ਦਾ ਪਾਣੀ, ਟਾਈਮ ਦਾ ਵੰਡ, ਟਾਈਮ ਦਾ ਵੇਖ ਝਾਲ ਉਹਨਾਂ ਦੀ। ਗੋਇਆ ਮੈਂ ਦੇ ਪਿੱਛੇ ਨਹੀਂ ਰਹਿਣਾ ਚਾਹੀਦਾ। ਪਹਿਲੇ ਨੰਬਰ ਤੇ ਜੀ ਪੱਠੇ ਵੰਡ ਚੰਗਾ ਪਾਉਣਾ ਚਾਹੀਦਾ ਜਿਸਾਂ ਦਾ ਖਾਂਦੀ ਹੋਵੇ ਜੀ, ਯਾਨੀ ਕਿ ਪੂਰਾ ਪ੍ਰੋਟੋਕੋਲ ਦੋ। ਅੱਛਾ, ਅਸੀਂ ਵੇਖਿਆ ਕਿ ਡੇਰੇ ਤੇ ਗਏ ਆ, ਉੱਥੇ ਮੱਝਾਂ ਹੱਡੀਆਂ ਦਾ ਪਿੰਜਰੇ ਬਣੇ ਸਨ ਤੇ ਗੰਦ ਹੀ ਗੰਦ ਸੀ। ਤੁਹਾਡਾ ਮਾਸ਼ਾਅੱਲਾ ਮੱਝਾਂ ਸਾਫ਼ ਸੁਥਰੀਆਂ, ਡੇਰਾ ਸਾਫ਼ ਸੁਥਰਾ। ਕਿਸ ਤਰ੍ਹਾਂ ਗੱਲ ਦਾ ਤੁਸੀਂ ਇਹ ਵਜ਼ਾਹਤ ਕਰੋਗੇ ਤੁਸੀਂ? ਇਹ 10 ਤੇ ਇਸ ਮਾਰਿਆ ਕੜੀ ਦੀ ਇਹ 2 ਲੱਖ ਰੁਪਏ ਦੀ ਜਾਂ 3 ਲੱਖ ਰੁਪਏ ਦੀ ਮੈਂ ਨਹੀਂ ਲਈ ਜਾਂਦੀ। ਅੱਛਾ, 2-2.5 ਲੱਖ ਰੁਪਏ ਦੀ ਮੈਂ ਲਈ ਨਹੀਂ ਜਾਂਦੀ ਜੀ। ਤੇ ਜਿਹਨੂੰ ਇਹਦੀ ਪੀੜ ਹੈ ਵੇ 2-2.5 ਲੱਖ ਰੁਪਏ ਦੀ ਮੈਂ ਐਵੇਂ ਉਹਨੇ ਸਾਂਭਣੀ ਚੰਗੀ ਹੈ। ਕੀ ਜੀ ਜੀ, ਜਿਹਨੇ ਛੱਡ ਦੇਣੀ ਹੈ ਚਲੋ ਨੌਕਰ ਵੀ ਇੱਕ ਸਾਡੇ ਲਈ ਅੱਲਾ ਦੀ ਰਹਿਮਤ ਹੈ ਜੀ, ਪਰ ਉਹਦੇ ਨਾਲ ਆਪ ਹੀ ਟੁਰਨਾ ਪੈਂਦਾ। ਇਹ ਨਹੀਂ ਵੀ ਕੱਲਾ ਹੀ ਉਹਨੂੰ ਮਾਰਦੇ ਰਹੀਏ ਸਾਰੀ ਦਿਨ ਤੇ ਉਹ ਵਿਚਾਰਾ ਥੱਕਿਆ ਆਖੇ ਮੈਂ ਨਹੀਂ ਕਰਨਾ। ਉਹਦੀਆਂ ਆਪਣੀਆਂ ਤੇ ਨਹੀਂ ਫਾਇਦਾ ਤੇ ਅਸਾਂ ਲੈਣਾ, ਉਹਨੇ ਤੇ ਨਹੀਂ ਵਿਚਾਰੇ ਨੇ ਲੈਣਾ। ਬਿਲਕੁਲ। ਉਹਨੂੰ ਤੇ ਆਈਏ ਲੱਦ ਲਾ ਦਿੱਤਿਆਂ ਕੰਮ ਸਾਡਾ ਚੱਲਦਾ ਰਹੇਗਾ। ਬਿਲकुल। ਅੱਛਾ ਦੱਸੋ, ਮੱਝਾਂ ਨੂੰ ਕਿੰਨੇ ਕੁ ਸਾਲਾਂ ਤੋਂ ਜਾਣਦੇ ਹੋ ਤੁਸੀਂ? ਕਿੰਨਾ ਕੁ ਤਜਰਬਾ ਹੈ ਤੁਹਾਡਾ ਮੈਂ ਦਾ? ਮੈਂ 12 ਸਾਲ ਤੋਂ ਹਾਂ। ਜਦੋਂ ਮੇਰੇ ਪਿਓ ਨੇ ਸਪੀਕਰ 'ਚ ਦਿੱਤੀ ਸੀ ਬਈ ਆ ਬੰਦਾ 3-4 ਲੱਖ ਦਾ ਮਾਲ ਲੈ ਲੇ ਤੇ ਮੈਂ ਪੈਸੇ ਦਿਆਂ। ਅੱਛਾ, ਗੁੰਨੇ ਕਲਾਂ ਦਾ ਮੈਂ ਰਹਿਣ ਵਾਲਾ ਵਾ। ਅੱਛਾ, ਪਿੱਛੋਂ ਗੁੰਨੇ ਕਲਾਂ ਦਾ ਵਾ। ਸ਼ਹਿਰ 'ਚ ਆਇਆ, ਮੇਰੇ ਪਿਓ ਨੇ ਗੁੰਨੇ ਕਲਾਂ 'ਚ ਆਖਿਆ ਸੀ ਸਪੀਕਰ ਦੇ ਵਿੱਚ ਵੀ ਮੇਰਾ ਬੱਚਾ 5-6 ਲੱਖ ਦਾ ਮਾਲ ਲੈ ਤੇ ਮੈਂ ਹਾਜ਼ਰ। 12 ਸਾਲ ਦਾ ਹਾਂ ਜਦੋਂ ਮੈਂ ਇਹਨਾਂ ਮੱਝਾਂ 'ਚ ਵੜਿਆ। ਮਾਸ਼ਾਅੱਲਾ 12 ਸਾਲਾਂ ਤੋਂ ਜਾਣਦੇ ਪਏ ਹੋ। ਜਾਣਦਾ। ਫਿਰ ਇੱਕ ਕਸਾਈ ਨੂੰ ਮੈਂ ਬੱਚੇ ਦਿੱਤੇ। ਅੱਛਾ, 1200 ਰੁਪਏ ਦੇ 6 ਬੱਚੇ। ਅੱਛਾ, ਉਹਨੇ ਸਾਈ ਦੇ ਕੇ ਬੱਚੇ ਨਹੀਂ ਮੇਰੇ ਕੋਲ ਫੜੇ ਜਾਂਦੇ। ਅੱਛਾ, ਉਹਨੇ ਕਿਹਾ ਸ਼ਾਮ ਨੂੰ ਤੇਰੇ ਡੇਰੇ ਆਵਾਂਗਾ ਤੇ ਫਿਰ ਫੜਾਂਗੇ। ਅੱਛਾ। ਉਹ ਸ਼ਾਮ ਨੂੰ ਆਇਆ, ਉਹਨੇ ਕਿਹਾ ਬਜ਼ੁਰਗੋ ਤੁਹਾਡੇ ਮੁੰਡੇ ਨਾਲ ਸੌਦਾ ਕੀਤਾ ਲੈ 12,000 ਦਾ ਤੇ ਬੱਚੇ ਲੈ ਦੇ। ਉਹਨੇ ਕਿਹਾ ਲਿਆਓ ਪੈਸੇ ਦੇ ਲੈ ਜੀ। ਮੈਂ ਉਦੋਂ ਦਾ ਇਹ ਕਾਰੋਬਾਰ ਜੀ ਮੇਰਾ। ਠੀਕ। ਅੱਛਾ, ਇਹ ਦੱਸੋ ਕਿ ਇਸ ਤਜਰਬੇ ਵਿੱਚ, ਇਸ ਅਰਸੇ ਵਿੱਚ ਤੁਸੀਂ ਕੀ ਸਿੱਖਿਆ ਕਿ ਇਹ ਡੇਅਰੀ ਫਾਰਮ ਵਿੱਚ ਆਮ ਤੌਰ 'ਤੇ ਕਿਹੜੇ ਕਿਹੜੇ ਕੰਮ ਅਸੀਂ ਗਲਤ ਕਰਨੇ ਆ ਜਿਹੜੀ ਵਜ੍ਹਾ ਨਾਲ ਡੇਅਰੀ ਫਾਰਮ ਫਲਾਪ ਹੋ ਜਾਂਦੇ ਨੇ, ਬੰਦ ਹੋ ਜਾਂਦੇ ਨੇ? ਬੰਦ ਇਸ ਵਜ੍ਹਾ ਤੋਂ ਹੋ ਜਾਂਦੇ ਨੇ ਜਦੋਂ ਮੈਂ ਦੀ ਦੇਖਭਾਲ ਪੂਰੀ ਨਹੀਂ ਕਰਨੀ ਜੀ, ਮੈਂ ਦੇ ਵਿੱਚ ਸੰਡਾ ਨਹੀਂ ਛੱਡਣਾ ਜੀ, ਅੱਲਾ ਦੀ ਸਬੁਰਦ ਨੌਕਰਾਂ ਦੇ ਛੱਡ ਦਿੱਤਾ, ਆਪ ਫੇਰਾ ਨਹੀਂ ਮਾਰਿਆ। ਬਿਲਕੁਲ।
ਆ ਘੰਟੇ ਨੂੰ ਵੀ ਬੰਦ ਹੈ ਤੇ ਉਸੇ ਵੇਲੇ ਵੀ ਬੰਦ। ਇੰਜੀ ਗੱਲ ਹੈ। ਅੱਛਾ ਫਿਰ ਵੀ ਦੱਸੋ ਕਿ ਇਸ ਕਾਰੋਬਾਰ ਦੇ ਵਿੱਚ ਆਮ ਤੌਰ ਤੇ ਕਿਹੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਤੇ ਉਹਨਾਂ ਦਾ ਹੱਲ ਕਿੰਜ ਕਰਨਾ ਚਾਹੀਦਾ ਹੈ? ਪਹਿਲੇ ਹੱਥ ਇਹਨਾਂ ਦਾ ਚਾਰਾ ਜ਼ਿਮੀਦਾਰ ਨੂੰ ਆਪਣਾ ਬੀਜਣਾ ਚਾਹੀਦਾ ਹੈ। ਠੀਕ ਕਮਾਦ ਦੇ 2 ਕਿੱਲੇ ਸਿਆਲ ਲਈ ਲਾਣੇ ਚਾਹੀਦੇ ਨੇ। ਠੀਕ ਦੂਜੇ ਨੰਬਰ ਤੇ ਵੰਡੇ ਦੀ ਦੇਖਭਾਲ, ਤੂੜੀ ਦੀ ਦੇਖਭਾਲ ਫੁੱਲ ਰੱਖਣੀ ਚਾਹੀਦੀ, ਯਾਨੀ ਕਿ ਮਤਵਾਜ਼ਨ ਗਿਜ਼ਾ ਇਹਨਾਂ ਨੂੰ ਦੇਣੀ ਚਾਹੀਦੀ ਹੈ। ਦੇਣੀ ਚਾਹੀਦੀ। 24 ਘੰਟੇ ਮੈਂ ਦੀ ਖੁਰਲੀ ਭਰੀ ਦੇ, ਕੋਈ ਇਤਰਾਜ਼ ਨਹੀਂ। ਬਿਲਕੁਲ ਠੀਕ ਹੈ, ਜ਼ਬਰਦਸਤ। ਅੱਛਾ ਇਹ ਦੱਸੋ ਕਿ ਤੁਸੀਂ ਕੀ ਸਮਝਦੇ ਹੋ ਕਿ ਮੱਝਾਂ ਨੂੰ ਆਮ ਤੌਰ ਤੇ ਕਿਹੜੇ ਮਸਲੇ ਜਾਂ ਬਿਮਾਰੀਆਂ ਹੋ ਜਾਂਦੀਆਂ ਨੇ? ਮਈਆਂ ਨੂੰ ਤੇ ਬਿਮਾਰੀ ਇਹ ਹੀ ਹੁੰਦੀ ਹੈ, ਕਿਸੇ ਨੂੰ ਗਲੂ ਬਲਾਟੂ ਹੋ ਗਿਆ ਪਰਾਲੀ ਦੀ ਵਜ੍ਹਾ ਤੋਂ, ਠੀਕ ਕਿਸੇ ਦੀਆਂ ਰੋਟੀ ਲੜ ਗਈਆਂ, ਮਈਆਂ ਰੋਟੀ ਬਹੁਤੀ ਪਾਉਂਦਾ ਹੈ, ਠੀਕ। ਉਹਦੇ ਨਾਲ ਜ਼ਹਿਰ ਹੋ ਗਿਆ ਮੈਂ ਨੂੰ। ਠੀਕ ਜਿਹੜਾ ਬੰਦਾ ਸਹੀ ਸੁਥਰਾ ਪਾਏਗਾ ਜੀ ਫਾਰਮ ਦਾ, ਉਹ ਵੀ ਵੇਖ ਲੈ ਬਈ ਫਾਰਮ ਦਾ ਗਲਤ ਨਹੀਂ, ਜੀ। ਉਹਦੇ ਨਾਲ ਮਈ ਸੱਟ ਰਹੇਗੀ, ਨਹੀਂ ਤੇ ਮਈ ਸੱਟ ਨਹੀਂ ਰਹੇਗੀ। ਯਾਨੀ ਕਿ ਉਹ ਕਿਤੇ ਨਾ ਕਿਤੇ ਪਰਾਲੀ ਵੀ ਨਹੀਂ ਪਾਣੀ ਚਾਹੀਦੀ ਤੇ ਗੰਦਾ ਜਾਂ ਗਲਤ ਵੰਡਾ ਵੀ ਨਹੀਂ ਪਾਣਾ ਚਾਹੀਦਾ। ਨਹੀਂ ਪਾਣਾ ਚਾਹੀਦਾ। ਅੱਛਾ ਕੀ ਸਮਝਦੇ ਹੋ ਸਰ, ਤੁਹਾਡਾ ਤੇ ਬਚਪਨ ਦਾ ਤਜਰਬਾ ਹੈ, ਸਾਡੇ ਕਿਸਾਨ ਵੰਡਾ ਆਪੀ ਤਿਆਰ ਕਿਉਂ ਨਹੀਂ ਕਰਦੇ? ਉਹ ਕੋਈ ਰਾਕਟ ਸਾਇੰਸ ਹੈ, ਬੜਾ ਔਖਾ ਵੰਡਾ ਆਪੇ ਤਿਆਰ ਕਰਨਾ। ਕੁਝ ਵੀ ਨਹੀਂ, ਹਾਲਕ ਦੀ ਮਜਬੂਰੀ ਹੈ, ਸਿਰਫ ਹਾਲਕ ਦੀ ਹੱਡ ਰਾਮੀ। ਹੱਡ ਰਾਮ ਆ। ਕਣਕ ਸਾਡੀ ਜਿਹੜੀ ਉਹੋ ਹੀ ਉਹ ਪੀਠੀ ਜਿਹੜੀ ਉਹ ਸਾਨੂੰ ਦੁਬਾਰਾ ਦਿੰਦੇ ਨੇ ਪਏ 2500-2600 ਰੁਪਏ ਤੋਂ। ਬਿਲਕੁਲ ਇੰਜੀ ਗੱਲ ਹੈ। ਅਸੀਂ ਨਹੀਂ ਉਹ 1200-1300 ਤੋਂ ਲੈ ਕੇ ਨਹੀਂ ਇਹਨਾਂ ਨੂੰ ਪਾਣੀ, ਅਸਾਂ ਉਹ ਪਾਣਾ ਇਹਨਾਂ ਨੂੰ ਭੁੱਸੀ ਖਰਾਬ ਜਿਹੜੀ ਵੀ ਸ਼ਾਬ ਦੇਣਗੇ। ਹਾਂ ਪਾਣੀ ਸਿਰਫ ਹੱਡ ਰਾਮੀ। ਠੀਕ ਮੈਂ ਆਪਣਾ ਹੱਕ ਨਹੀਂ ਰੱਖਦੀ, ਭਾਵੇਂ ਜਿੱਡੀ ਮਰਜ਼ੀ ਕੁੱਤੀ ਮੈਂ। ਬਿਲਕੁਲ ਜਿਹੜੀ ਮੈਂ ਖਾਨਦਾਨੀ ਹੈ, ਦੁੱਧ 9 ਸਿਰ 10 ਟਾਈਮ ਦਾ ਦੇਗੀ। ਵੈਰੀ ਗੁੱਡ ਜੇ ਬੰਦਾ ਆਖੇ ਨਹੀਂ ਤੇ ਮੇਰੇ ਭਾਈ ਕੋਲ ਸ਼ਹਿਰ ਨੇ, ਮੈਂ ਸ਼ਰਤ ਲਾਉਣ ਨੂੰ ਤਿਆਰ। ਵੈਰੀ ਗੁੱਡ ਵੈਰੀ ਗੁੱਡ। ਪਰ ਜਿਹੜਾ ਉਹਨੂੰ ਸਾਂਭੇਗਾ, ਮੈਂ ਉਹਨੂੰ ਪੂਰਾ ਉਹਦੇ ਉੱਤੇ ਧਿਆਨ ਕਰੇਗਾ। ਨਿਰਾ ਨਹੀਂ ਸੌਂ ਜਾਏ ਜਾ ਕੇ ਤੇ ਆਖੇ ਮੈਂ ਸਵੇਰੇ 10 ਦੁੱਧ ਕੱਢੇਗੀ, ਉਹਨੇ ਨਹੀਂ ਕੱਢਣਾ, ਨੇ 83 ਕੱਢਣਾ। ਅੱਛਾ ਨਸਲੀ ਮੈਂ ਦੀ ਤੁਸੀਂ ਗੱਲ ਕੀਤੀ ਹੈ, ਨਸਲੀ ਮੈਂ ਕਿੱਥੋਂ ਲੱਭੇਗੀ ਸਾਨੂੰ? ਪਾਕਿਸਤਾਨ ਦੇ ਕਿਹੜੇ ਇਲਾਕੇ ਵਿੱਚ ਨਸਲੀ ਮੈਂ ਲੱਭ ਜਾਂਦੀ ਹੈ? ਪਹਿਲੇ ਨੰਬਰ ਤੇ ਚੀਚਾ ਵਤਨੀ ਹੈ, ਠੀਕ, ਬਿਹਾੜੀ, ਪੂਰਾ ਬਿਹਾੜੀ, ਤੇ ਫਿਰ ਆ ਜਾਓ ਆਪਣੇ ਕਾੜੇ। ਇਹ 2 ਮੰਡੀਆਂ 3 ਨੇ ਜਿੱਥੇ ਮੇਰਾ ਮਤਲਬ ਕੰਮ ਮਈਆਂ ਦਾ। ਤੇ ਅੱਗੋਂ ਮਈਆਂ ਲਿਆ ਕੇ 3 ਲੱਖ ਦੀ ਲੈ ਆ, 2 ਲੱਖ ਦੀ ਉੱਥੋਂ ਲੈ ਆ, ਜੀ। ਇੱਥੇ ਆ ਕੇ ਕੂੜਾ ਕਰ ਛੱਡਣਗੇ। ਇੱਥੇ ਆ ਕੇ ਲੱਖ ਰੁਪਏ ਦੀ ਵੀ ਨਾ ਵਿਕੇਗੀ, ਉਹ ਮਈ ਬਣ ਜੜ ਗਈ ਹੈ। ਯਾਨੀ ਕਿ ਮੈਂ ਬਰਬਾਦ ਕਰ ਆਪ ਛੱਡਦੇ ਹੀ ਨੇ। ਕਰ ਦੇਣਗੇ। ਮੈਂ ਭਾਵੇਂ ਕਿੱਡੀ ਵੀ ਨਸਲੀ ਹੋਏਗੀ, ਮੈਂ ਆਪ ਧੋ ਛੱਡਣਗੇ। ਇਹ ਅਫਸੋਸ ਦੀ ਗੱਲ ਹੈ। ਪੱਠੇ ਨਹੀਂ ਪਾਣੇ, ਵੰਡਾ ਨਹੀਂ ਪਾਣਾ, ਉਹਨੇ ਆਪ ਮਰ ਜਾਣਾ। ਬਿਲਕੁਲ ਯਾਨੀ ਕਿ ਮਾਲਕ ਦਾ ਜਿੰਨੀ ਦੇਰ ਰਹਿਣਾ ਤੱਕ ਲਿੰਕ ਕਨੈਕਸ਼ਨ ਪਿਆਰ ਦਾ ਰਿਸ਼ਤਾ ਨਹੀਂ ਕਾਇਮ ਹੋਏਗਾ। 2 ਲੱਖ ਵੀ ਦਿਹਾੜੀ ਦਾ ਖਾਣ ਤੇ ਫਿਰ ਵੀ ਘਾਟਾ ਨਹੀਂ ਪਾਉਂਦੀਆਂ। ਅੱਛਾ ਆ ਮਈਆਂ ਜਿੰਨੀਆਂ ਮਰਦੀ ਹੋਣ, 2 ਲੱਖ ਗੱਡੀ ਪੂਰੀ ਵੰਡੇ ਦੀ ਆ ਜੇ, ਪਈਆਂ ਉਹਨਾਂ ਕੰਮ ਕਰਦੀਆਂ ਹੋਣ, ਜੇ ਘਾਟਾ ਪਾਣ ਤੇ ਅਸੀਂ ਮਈਆਂ ਰੱਖਣੀਆਂ ਛੱਡ ਦਿਆਂਗੇ। ਬਾਅਦ ਲੋਕ ਕਹਿੰਦੇ ਨੇ ਬਚਦਾ ਕੱਖ ਨਹੀਂ। ਬਚਦਾ ਉਹ ਭੈਣ ਚੋਦਾਂ ਨੂੰ ਪਾਉਂਦੇ ਕੱਖ ਨਹੀਂ, ਬਚਣਾ ਕਿੱਥੋਂ ਵੇ? ਹਾਂ ਉਹਨਾਂ ਚੋਣਾ ਉਧਰੋਂ ਪਾਣੀ ਪਾਣਾ ਦੁੱਧ 'ਚ, ਉਹ ਪਾਣੀ ਹੋ ਜਾਣੀਆਂ ਨੇ ਸਾਰੀਆਂ। ਬੇਬਰਕਤੀ ਬਿਲਕੁਲ ਜਿਹੜਾ ਬੰਦਾ ਇਹਨਾਂ ਦੇ ਕਾਰੋਬਾਰ 'ਚ ਕਰੇਗਾ, ਇਹਨਾਂ ਦੇ ਪੱਠਿਆਂ 'ਚ ਕਰੇਗਾ, ਉਹ ਅੱਜ ਵੀ ਹੈ ਨਹੀਂ ਤੇ ਕੱਲ ਵੀ ਹੈ, ਬਰਬਾਦ ਹੋ ਜਾਏਗਾ, ਬਿਲਕੁਲ ਖਤਮ ਹੋ ਜਾਏਗਾ। ਤੇ ਤੁਸੀਂ ਜਿੰਨੇ ਵੀ ਕਿਸਾਨ ਵੀਰ ਤੁਹਾਨੂੰ ਵੇਖਦੇ ਪਏ ਨੇ ਤੇ ਮੱਝਾਂ ਦਾ ਕੰਮ ਕਰਦੇ ਨੇ, ਉਹ ਮੱਝਾਂ ਦੇ ਆਮ ਤੌਰ ਤੇ ਪਾਕਿਸਤਾਨ ਦਾ ਕਲਚਰ ਹੈ ਕਿ ਪਾਣੀ ਪਾਉਣ ਤੋਂ ਬਾਜ਼ ਨਹੀਂ ਆਉਂਦੇ। ਨਹੀਂ ਆਉਂਦੇ ਤੇ ਬੇੜਾ ਗਰਕ ਹੀ ਗਰਕ ਹੈ, ਤਿੱਲਰ ਹੋ ਜਾਏਗੀ, ਜਾਂ ਛਾਲਾ ਖਾਂਦਿਆਂ ਲੜ ਜਾਏਗੀ, ਜਾਂ ਰੋਟੀਆਂ ਖਾਂਦਿਆਂ ਮਰ ਜਾਏਗੀ ਫੜਕ। ਇਹ ਹਰਾਮ ਨਿਕਲ ਜਾਣਾ ਹੈ। ਬਿਲਕੁਲ ਜਦੋਂ ਮੈਂ ਕਟਿਆਂ ਤੇ ਨਿਕਲ ਜਾਏ, ਮਹੀਂ ਤੇ ਨਾ ਨਿਕਲੇਗਾ, ਕਟੇ ਟੁੱਟ ਜਾਣਗੇ, ਕਿਤੇ ਨਾ ਕਿਤੇ ਨਿਕਲ ਜਾਣਾ। ਨਿਕਲ ਜਾਣਾ। ਜਿੰਨੇ ਇਹਨਾਂ ਦੇ ਕਸਮ ਖਾਦੀ ਹੈ ਦੁੱਧ ਦੀ ਹੈ, ਘਾਟਾ ਨਹੀਂ ਪਾਉਂਦੀਆਂ। 7 ਸਿਰ ਵੀ ਦੇਗਾ, ਸਮਝੀ 10 ਸਿਰ ਦੇ ਦੇ। ਵੈਰੀ ਗੁੱਡ। ਕੀ ਸਮਝਦੇ ਹੋ ਕੋਈ ਚੀਚਾ ਵਤਨੀ ਦੀ, ਉਕਾੜਾ ਦੀ, ਬੂਰੇਵਾਲਾ ਦੀ ਮੱਝ ਦੀ ਸਹੀ ਤਹਿ ਸੇਵਾ ਕੀਤੀ ਜਾਏ ਤਾਂ ਕਿੰਨਾ ਕੁ ਦੁੱਧ ਦੇ ਛੜੇਗੀ? 17-18 ਸਿਰ ਜਿਹੜੀ ਹੈ ਪੱਕੀ ਮੈਂ ਦੇਗੀ, ਪੂਰਾ ਜਿਹਾ ਵੱਡਾ ਜਿਹੜੀ ਉਹ ਦਰਮਿਆਨਾ ਖਾਏ। ਤੇ ਇਹ ਦੁੱਧ ਫਿਰ ਨਸਲਾਂ ਵਿੱਚ ਹੈ ਕਿ ਖੁਰਾਕ ਵਿੱਚ ਹੈ? ਨਹੀਂ ਨਸਲਾਂ 'ਚ ਦੁੱਧ ਹੈ, ਖੁਰਾਕ ਤੇ ਖੁਰਾਕ ਨੇ ਤੇ ਵਧਾਣਾ ਮੈਂ ਨੂੰ। ਨਸਲ ਨੇ ਜਿਹੜੀ ਇੱਕ ਦੇਸੀ ਮੈਂ, ਉਹਨੇ ਕੀ ਕਰਨਾ ਨੇ 5-6 ਸਿਰ ਹੀ ਦੇਣਾ। ਯਾਨੀ ਕਿ ਨਸਲ ਤੇ ਖੁਰਾਕ ਦਾ ਹਸੀਨ ਇਮਤਜ਼ਾਜ ਬਿਲਕੁਲ ਮੁਕੰਮਲ ਹੈ ਕੰਮ, ਮੁਕੰਮਲ ਕੰਮ ਹੈ ਤੁਹਾਡਾ। ਜਿਹੜਾ ਦੇਖਭਾਲ ਕਰੇਗਾ ਮੈਂ, ਜੇ ਉਹ 10 ਸਿਰ ਹੀ ਹੈ ਤੇ 15-16 ਸਿਰ ਤੇ ਟੁੱਟ ਜਾਏਗੀ। ਅੱਛਾ ਬੜੇ ਸਾਰੇ ਵਪਾਰੀਆਂ ਦੇ ਡੇਰੇ ਤੇ ਗਏ ਆ, ਉਹ ਛੋਟੇ ਜਾਂ ਇਹ ਮੱਝਾਂ ਦੇ ਪਿੱਛੋਂ ਵੇਚ ਛੱਡਦੇ ਨੇ, ਦੁੱਧ ਨਹੀਂ ਪਿਆਉਂਦੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਉਹਨਾਂ ਦੀ ਬਦਕਿਸਮਤੀ ਬੜੀ ਵੱਡੀ। ਜੀ ਸਾਲ ਇੱਕ ਦਾ ਕੱਟਾ ਹੋਵੇ, ਜਿਹਨੂੰ ਮਰਦੀ 35,000 ਦਾ 40,000 ਦਾ ਦੇ ਦਿਓ, ਮੈਂ ਅੱਧੇ ਮੁੱਲ 'ਚ ਆ ਜਾਂਦੀ। ਬਿਲਕੁਲ। ਪਰ ਉਹ ਕਹਿੰਦਾ ਮੈਂ ਫਟਾਫਟ ਹੀ ਦੁੱਧ ਵੇਚ ਲਾਂ, ਜੀ ਤੇ ਦੁੱਧ ਵੇਚਿਆ ਗੱਲ ਨਹੀਂ ਬਣਦੀ।
ਅਸੀਂ ਕਹਿ ਸਕਨੇ ਆ ਕਿ ਮੱਝਾਂ ਬਲੈਕ 골ਡ ਨੇ, ਸੋਨਾ ਹੈ, ਮੱਝਾਂ ਸੋਨਾ, ਇਹਨਾਂ ਦੇ ਅੰਦਰ ਸੋਨਾ ਹੈ। ਬਿਲਕੁਲ ਅਗਰ ਬੰਦਾ ਸਹੀ ਇਸ਼ਕ ਨਾਲ, ਬਿਲਕੁਲ ਪੱਠੇ ਸਹੀ ਪਾਏ ਤੇ ਨਹੀਂ ਡੁੱਬਦਾ। ਬੰਦਾ ਇਹ ਕਾਰੋਬਾਰ ਵਿੱਚ ਕਰੋੜਪਤੀ ਅਰਬਪਤੀ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ? ਬਣ ਸਕਦਾ। ਜਿਹਦੇ ਕੋਲ ਪੈਸੇ ਖੁੱਲੇ ਨੇ, ਖੁੱਲੀਆਂ ਮਈਆਂ ਨੇ, ਉਨੀਆਂ ਹੋਰ ਹੋ ਜਾਂਦੀਆਂ ਨੇ ਸਾਲ 'ਚ। ਇੱਕ ਬੰਦੇ ਨੂੰ ਮਿਲਿਆ, ਉਹਦੇ ਕੋਲ 15-20 ਜਾਨਵਰ ਨੇ ਦੇਸੀ, ਤੇ ਅਸੀਂ ਪੁੱਛਿਆ ਤੂੰ ਕਦੇ ਲੱਖ ਵੇਖਿਆ? ਕਹਿੰਦਾ ਮੈਂ ਕਦੇ ਲੱਖ ਨਹੀਂ ਸਾਰੀ ਜ਼ਿੰਦਗੀ ਵੇਖਿਆ। ਤੇ ਮੱਝਾਂ ਉਹਦੀਆਂ ਐਵੇਂ ਲੜਖੜਾਉਂਦੀਆਂ ਪਈਆਂ ਸਨ। ਉਹ ਅਸੀਂ ਸੋਚਿਆ ਕਿ ਮੱਝਾਂ ਦੇ ਅੰਦਰ ਹੀ ਕੱਖ ਨਹੀਂ, ਬੇਨਸਲੀਆਂ ਮੱਝਾਂ ਨੇ ਤੇ ਪਾਣਾ ਵੀ ਕੱਖ ਨਹੀਂ, ਤੇ ਉਹਨਾਂ ਕੀ ਦੇਣਾ? ਇੰਝ ਗੱਲ ਹੈ। ਬਿਲਕੁਲ। ਅਗਰ ਮੱਝ ਨਸਲੀ ਹੋਏਗੀ, ਖਿਦਮਤ ਹੋਏਗੀ, ਤੇ ਇਨਸ਼ਾਅੱਲਾ ਘਾਟਾ ਕੋਈ ਨਹੀਂ। ਘਾਟਾ ਕੋਈ ਨਹੀਂ। ਦੂਜੇ ਨੰਬਰ ਤੇ ਜੋ ਬੇਨਸਲੀਆਂ ਤੋਂ ਲਈ ਸੇਵਾ ਕਰੇ ਉਹਨਾਂ 'ਚ ਵੀ ਘਾਟਾ ਕੋਈ ਨਹੀਂ। ਬਿਲਕੁਲ, ਯਾਨੀ ਜਾਨਵਰ ਜੋ ਜਿਹਾ ਮਰਜ਼ੀ ਦਾ ਹੱਕ ਪੂਰਾ ਕਰੇ। ਹੱਕ ਪੂਰਾ ਕਰੀ, ਉਹ ਜਿੰਨੇ ਜੋਗੀ ਹੈ ਕੰਮ ਪੂਰਾ ਕਰੇਗੀ ਆਪਣਾ। ਜ਼ਬਰਦਸਤ। ਅੱਛਾ, ਜਦੋਂ ਤੁਹਾਡੇ ਡੇਅਰੀ ਫਾਰਮ ਤੇ ਕਿਸੇ ਮੱਝ ਨੂੰ ਮਸਲਾ ਆ ਜਾਂਦਾ, ਫਰਜ਼ ਕਰੋ ਥਣਾ ਦਾ ਮਸਲਾ ਆ ਜਾਂਦਾ ਹੈ, ਮੱਝ ਖਲੋਂਦੀ ਨਹੀਂ, ਮੱਝ ਸੂਣ ਤੋਂ ਬਾਅਦ ਉਹ ਗੰਦ ਨਹੀਂ ਸੁੱਟਦੀ, ਇਹ ਛੋਟੇ-ਮੋਟੇ ਮਸਲਿਆਂ ਦਾ ਇਲਾਜ ਕਿੰਜ ਕਰਦੇ ਹੋ ਤੁਸੀਂ? ਇਹ ਜਿਹੜਾ ਮਹੀਂ ਅੱਲਾ ਨਾ ਕਰੇ ਜਿਹਦੀ ਮਿਣਕੀ ਹੋ ਜਾਂਦੀ, ਤੁਹਾਨੂੰ ਸੋਚ ਚੱਲ ਜਾਂਦੀ, ਉਹ ਟੀਕੇ ਨਿਕਲੇ ਦੇ ਨੇ, ਉਹ ਲੈ ਆਈਦੇ ਨੇ। ਮਿਣਕੀ ਮੈਂ ਆਪ ਕੱਟ ਲੈਣਾ ਵਾ। ਵੈਰੀ ਗੁੱਡ। ਇਹ ਤੁਹਾਡਾ ਚੋਖਾ ਤਜਰਬਾ ਹੈ। ਆ ਮਿਣਕੀ ਜਿਹੜੀ ਮੈਂ ਛੱਟਾ ਮਾਰੇ ਫਿਰ ਵੀ ਸਾਡਾ ਸਦਾ ਹੈ, ਉਹ ਮੈਂ ਦਾ ਮੁੱਲ ਦਿਆਂਗਾ। ਮੈਂ ਜਿਹੜੀ ਮੈਂ ਛੱਟਾ ਮਾਰੇ ਬਾਈ ਨਸਦੀ, ਮੈਂ ਦੁੱਧ ਵਗਾਏ। ਵੈਰੀ ਗੁੱਡ। ਮਿਣਕੀ ਮੈਂ ਕਟਾਂ। ਜ਼ਿੰਦਾਬਾਦ। ਰਿਕਾਰਡ ਨਾਲ ਗੱਲ ਕਰ ਰਹੇ ਆ, ਕੋਈ ਬੇੜ ਕਾਟੀ ਨਹੀਂ ਕਰ ਰਿਹਾ। ਵੈਰੀ ਗੁੱਡ। ਅੱਛਾ, ਮੱਝਾਂ ਦੇ ਚਾਰੇ ਵਿੱਚ ਤੇ ਬੜੀਆਂ ਕਿਸਮਾਂ ਨੇ, ਸਾਰੇ ਲੋਕ ਆਪਣੇ ਹਿਸਾਬ ਨਾਲ ਚਾਰਾ ਪਾਉਂਦੇ ਨੇ। ਤੁਸੀਂ ਕੀ ਸਮਝਦੇ ਹੋ ਕਿ ਮੱਝ ਵਾਸਤੇ ਬਿਹਤਰੀਨ ਚਾਰਾ ਖੁਰਾਕ ਕਿਹੜੀ ਹੈ? ਪਹਿਲੇ ਨੰਬਰ ਤੇ ਅੱਜ ਕੱਲ੍ਹ ਤੈਨੂੰ ਛਟਾਲਾ ਚਾਹੀਦਾ। ਛਟਾਲਾ ਜ਼ਰੂਰੀ ਹੈ। ਸ਼ਾਮ ਤੱਕ ਪਈ ਖਾਏ, ਸ਼ਾਮ ਨੂੰ ਇਹਨੂੰ ਖਲ ਵਡੇਵਿਆਂ ਦੀ ਤੇ ਕੜਾ ਉਹਦਾ ਭਾੜਾ ਮਿਲਣਾ ਚਾਹੀਦਾ। ਦੁੱਧ ਵਧਾਏਗੀ? ਦੁੱਧ ਕੀ ਹੈ, ਸਵੇਰੇ ਮਜ਼ਾ ਦੇਗੀ, ਨਾਲੇ ਆਰਾਮ ਨਾਲ ਰਾਤ ਸੁੱਤੀ ਰਹੇਗੀ। ਵੈਰੀ ਗੁੱਡ। ਸਕੂਨ ਨਾਲ ਜਿਹੜਾ ਬੰਦਾ ਰਜਾਈ ਲੈ ਕੇ ਸੁੱਤਾ ਰਹਿੰਦਾ। ਵੈਰੀ ਗੁੱਡ। ਤੇ ਜੇ ਰਾਤ ਨੂੰ ਵੰਡੇ ਦੀ ਮੁੱਠ ਨਾ ਪਈ ਤੇ ਛਟਾਲਾ ਕੁਝ ਨਹੀਂ ਕਰੇਗਾ। ਛਟਾਲਾ ਜੀ ਪਾਣੀ ਕਰ ਦੇਗਾ ਨਾ, ਸਾਰੀਆਂ ਗਰਕ ਹੋ ਜਾਣ। ਅੱਛਾ, ਚਾਹ ਜਦੋਂ ਇਹ ਮੱਝਾਂ ਦੇ ਪਿੱਛੇ ਹੁੰਦਾ ਤੇ ਉਹ ਚਾਹ ਨੂੰ ਮੱਝ ਦਾ ਕਿੰਨਾ ਕੁ ਦੁੱਧ ਪਿਆਉਣਾ ਚਾਹੀਦਾ? 2 ਥਣ ਛੱਡਣੇ ਆ ਜੀ ਅਸੀਂ। ਵੈਰੀ ਗੁੱਡ। ਅਗਲਾ ਪਿਛਲਾ ਮੈਂ ਛੱਡਣੀਆਂ ਕੱਢੀਆਂ ਵੀ ਉੱਥੇ 2 ਜਿੱਦਣ ਦੀਆਂ ਸੂਈਆਂ ਨੇ ਮੈਂ ਛੱਡਣਾ ਪਿਆ। ਮੈਨੂੰ ਇਹਨਾਂ ਦਾ ਨਹੀਂ ਪਤਾ ਕਿੰਨਾ ਛੱਡਦਿਆਂ। ਮੈਂ ਜਿਹੜੀ ਵੀ ਆਪਣੀ ਸੂਈ ਹੈ, ਅੱਲਾ ਦੇ ਹੁਕਮ ਨਾਲ 2 ਸਾਲਾਂ ਦੀ ਝੋਟੀ ਲੱਗੇ ਨਾ ਤੇ ਰੱਖਣ ਦਾ ਕੀ ਫਾਇਦਾ। ਇਹ ਵੀ ਦੱਸੋ, ਅਸੀਂ ਇਸ ਇਲਾਕੇ ਦੇ ਕਾਫੀ ਕਿਸਾਨਾਂ ਦੇ ਇੰਟਰਵਿਊ ਕਰਕੇ ਆਏ ਹਾਂ। ਜਾਨਵਰ ਮੱਝਾਂ ਕਮਜ਼ੋਰ ਤੇ ਗੰਦੀਆਂ, ਤੁਸੀਂ ਸੋਹਣਾ ਕੰਮ ਕੀਤਾ ਹੈ। ਮੈਂ ਸੁਣਿਆ ਕਿ ਤੁਹਾਨੂੰ ਸਪੈਸ਼ਲ ਤੁਹਾਡੇ ਮਾਮੂ ਜੀ ਨੇ ਵੀ ਕਿਹਾ ਕਿ ਸਾਡਾ ਫਾਰਮ ਆ ਕੇ ਬਚਾ ਲਓ। ਕੀ ਲੱਗਦਾ ਹੈ ਕਿੱਥੇ ਗਲਤੀਆਂ ਅਸੀਂ ਕਰਨੇ ਆ, ਕਿਹੜੇ ਕੰਮਾਂ ਦੇ ਧਿਆਨ ਨਹੀਂ ਦਿੰਦੇ ਤੇ ਸਾਡੀ ਵਜ੍ਹਾ ਨਾਲ ਉਹਦੀ ਵਜ੍ਹਾ ਨਾਲ ਕੰਮ ਸਾਡਾ ਖਰਾਬ ਹੁੰਦਾ ਹੈ? ਧਿਆਨ ਇਸ ਗੱਲ ਲਈ ਨਹੀਂ ਦਿੰਦੇ, ਜਿਹੜਾ ਮੇਰਾ ਮਤਲਬ ਹੈ ਅੱਲਾ ਦੀ ਸਬੂਰਤ ਛੋੜ ਦੇਣਾ ਬੰਦਿਆਂ ਤੇ ਬਸ। ਜਦੋਂ ਆਪ ਨਹੀਂ ਵੇਖਣਾ, ਪੈਸੇ ਲਾਇਆ ਤੇ ਉਹ ਕਿਸੇ ਨੇ ਕੀ ਵੇਖਣਾ। ਕਿੰਨੀਆਂ ਕੁ ਮੱਝਾਂ ਮੈਂ ਨਸਲੀ ਰੱਖ ਲਾਂ ਤੇ ਮੇਰਾ ਘਰ-ਬਾਰ ਵੀ ਚੱਲੇ ਤੇ ਮੈਂ ਮਤਲਬ ਆਰਾਮ ਦੀ ਜ਼ਿੰਦਗੀ ਗੁਜ਼ਾਰਾਂ? 10 ਮਈਆਂ ਹੋਣ ਤੇ ਬੇਬਾਰ ਬੰਨ ਛੱਡਦੀਆਂ ਨੇ ਬੰਦੇ ਨੂੰ। ਬੰਨ ਛੱਡਦੀਆਂ ਨੇ, ਜੋ ਮਰਜ਼ੀ ਖਾ ਤੇ ਜੋ ਮਰਜ਼ੀ ਉਹਨਾਂ ਨੂੰ ਪਾ। ਵੰਡਿਆ ਵੀ ਸਾੜੀ ਦੇਣ, ਉਹਨਾਂ ਨੂੰ ਕਹਿਣਾ ਖਾਣਾ ਤੇ ਉਹ ਤਾਂ ਵੀ ਬੰਨ ਛੱਡਣ ਦੀ। ਪੱਠਿਆਂ ਦੀ ਵੀ ਲੋੜ ਨਹੀਂ। ਵੈਰੀ ਗੁੱਡ। ਮਈਆਂ ਹੋਣ। ਵੈਰੀ ਗੁੱਡ। ਕਿੰਨੇ ਕੁ ਦਿਨ ਖਾਣਾ ਨੇ। ਬਿਲਕੁਲ। ਅੱਛਾ, ਦੁਨੀਆ ਭਰ ਤੋਂ ਲੋਕ ਤੁਹਾਨੂੰ ਵੇਖਦੇ ਪਏ ਨੇ, ਲੋਕ ਸੋਚਦੇ ਪਏ ਨੇ ਕੰਮ ਕਰੀਏ ਜਾਂ ਨਹੀਂ ਨਾ ਕਰੀਏ ਜਾਂ ਕਿੰਜ ਕਰੀਏ। ਤੁਸੀਂ ਇਸ ਕਾਰੋਬਾਰ ਦੇ ਹਵਾਲੇ ਨਾਲ ਉਹਨਾਂ ਨੂੰ ਮਸ਼ਵਰਾ ਕੀ ਦਿਓਗੇ? ਕਾਰੋਬਾਰ ਤੇ ਕਰਨਾ ਪੈਣਾ, ਉਹਨੂੰ ਆਪੀ ਕੋਲ ਰਹਿਣ, ਬੰਦਿਆਂ ਕੋਲ ਕੰਮ ਕਰਾਉਣ, ਕੋਈ ਟੈਨਸ਼ਨ ਨਹੀਂ। ਆਪੀ ਵੇਖਣ ਵੀ ਰਾਤ ਨੂੰ ਕਿਹੜੀ ਮਹੀਂ ਨੇ ਪੱਠੇ ਨਹੀਂ ਖਾਦੇ, ਕਿਹੜੀ ਮੈਂ ਨਹੀਂ ਸਾਡੀ ਠੀਕ, ਉਹਦਾ ਨਹੀਂ ਵੀ ਜਾਣਦਾ, ਕਿਸੇ ਨੂੰ ਪੁੱਛ ਕੇ ਉਹਦਾ ਟੀਕਾ ਟੁਕਾ ਕਰ। ਯਕੀਨ ਮੰਨੋ ਸਰ, ਵਾਹ ਹੀ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਨੇ। ਇਹ ਗੱਲਾਂ ਇਨਸ਼ਾਅੱਲਾ ਤੁਹਾਡੇ ਵਾਸਤੇ ਸਦਕਾ ਜਾਰੀਆਂ ਨੇ। ਤੁਹਾਡੀ ਵਾਹ ਸਾਰੀ ਮਿਹਰਬਾਨੀ।